मैं ਚਰਨਪ੍ਰੀਤ ਸਿੰਘ BM ਮੈਥਸ ਬਲਾਕ ਬਟਾਲਾ 2 ਡਿਸਟ੍ਰਿਕਟ ਗੁਰਦਾਸਪੁਰ ਸਾਰੇ ਵਿਦਿਆਰਥੀਆਂ ਦਾ ਅੱਜ ਇਸ ਆਨਲਾਈਨ ਕਲਾਸ ਵਿੱਚ ਸਵਾਗਤ ਕਰਦਾ ਹਾਂ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਅਧਿਆਇ 14 ਦੀ ਪਹਿਲੀ ਐਕਸਰਸਾਈਜ਼ 14.1 ਦਾ ਅਧਿਐਨ ਕਰਾਂਗੇ। ਅਸੀਂ ਸਿੱਖਾਂਗੇ ਕਿ ਅਸੀਂ 14.1 ਦੇ ਸਵਾਲ ਕਿਸ ਤਰ੍ਹਾਂ ਹੱਲ ਕਰ ਸਕਦੇ ਹਾਂ। ਤੇ ਚਲੋ ਪਹਿਲੇ ਸਵਾਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੀਏ। ਵਿਦਿਆਰਥੀਓ, ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਜੇ, ਪਹਿਲੇ ਕੁਐਸਚਨ ਦੇ ਵਿੱਚ ਇੱਕ ਸਟੇਟਮੈਂਟ ਗਿਵਨ ਹੈ ਜਿਸ ਵਿੱਚ ਵਿਦਿਆਰਥੀਆਂ ਦੇ ਇੱਕ ਸਮੂਹ ਦੁਆਰਾ ਆਪਣੇ ਵਾਤਾਵਰਣ ਚੇਤਨਾ ਅਭਿਆਨ ਦੇ ਅਧੀਨ ਇੱਕ ਸਰਵੇਖਣ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ 20 ਘਰਾਂ ਦਾ ਸਰਵੇਖਣ ਕੀਤਾ ਅਤੇ ਇਹ ਦੇਖਿਆ ਕਿ ਹਰ ਘਰ ਵਿੱਚ ਕਿੰਨੇ ਪੌਦੇ ਲੱਗੇ ਹਨ। ਉਹਦੇ ਅਕੋਰਡਿੰਗ ਉਹਨਾਂ ਨੇ ਇੱਕ ਟੇਬਲ ਤਿਆਰ ਕਰ ਲਿਆ ਆ। ਅਸੀਂ ਬੱਚਿਓ ਇਹ ਪਤਾ ਕਰਨਾ ਹੈ ਕਿ ਪ੍ਰਤੀ ਘਰ ਪੌਦਿਆਂ ਦੀ ਔਸਤ ਕਿੰਨੀ ਹੈ। ਭਾਵ ਕਿ ਅਸੀਂ ਇਸ ਟੇਬਲ ਦੀ ਹੈਲਪ ਨਾਲ, ਇਹ ਡੇਟਾ ਜਿਹੜਾ ਬੱਚਿਆਂ ਨੇ ਇਕੱਠਾ ਕੀਤਾ ਉਹਦੀ ਹੈਲਪ ਨਾਲ ਅਸੀਂ ਪੌਦਿਆਂ ਦੀ ਪ੍ਰਤੀ ਘਰ ਔਸਤ ਪਤਾ ਕਰਨੀ ਹੈ, ਭਾਵ ਕਿ ਅਰਿਥਮੈਟਿਕ ਮੀਨ ਪਤਾ ਕਰਨਾ ਹੈ। ਸੋ ਅਸੀਂ ਜਿਹੜਾ ਬੱਚਿਆਂ ਇਹ ਡੇਟਾ ਇਕੱਠਾ ਕੀਤਾ ਹੈ ਉਹਦਾ ਅਸੀਂ ਮੱਧਮਾਨ ਪ੍ਰਾਪਤ ਕਰਨਾ ਹੈ। ਸੋ ਬੱਚਿਓ, ਅਸੀਂ ਕਿਹੜੀ ਵਿਧੀ ਦਾ ਪ੍ਰਯੋਗ ਕਰਾਂਗੇ, ਸਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ। ਜਿਵੇਂ ਕਿ ਅਸੀਂ ਜਾਣਦੇ ਹਾਂ, ਬੱਚਿਆਂ ਨੇ ਜਿਹੜਾ ਘਰ ਘਰ ਜਾ ਕੇ ਗਿਣਤੀ ਇਕੱਠੀ ਕੀਤੀ ਹੈ ਉਹ ਬੜੇ ਛੋਟੀ ਸੰਖਿਆਵਾਂ ਹਨ। ਸੋ ਜੇ ਸਾਡੇ ਕੋਲ ਡੇਟਾ ਦੇ ਰੂਪ ਵਿੱਚ ਛੋਟੀਆਂ ਸੰਖਿਆਵਾਂ ਹੋਣ ਤੇ ਅਸੀਂ ਡਾਇਰੈਕਟ ਮੈਥਡ ਦੇ ਨਾਲ ਅਰਿਥਮੈਟਿਕ ਮੀਨ ਪ੍ਰਾਪਤ ਕਰ ਸਕਦੇ ਹਾਂ। ਪ੍ਰਤੱਖ ਵਿਧੀ ਇਸ ਲਈ ਬਹੁਤ ਹੀ ਸੌਖੀ ਰਹੇਗੀ ਕਿਉਂਕਿ ਸਾਡੇ ਕੋਲ ਕੈਲਕੂਲੇਸ਼ਨਸ ਬਹੁਤ ਲੈਂਥੀ ਨਹੀਂ ਹੋਣਗੀਆਂ। ਸੋ ਆਓ ਅਸੀਂ ਪ੍ਰਤੱਖ ਵਿਧੀ ਰਾਹੀਂ ਮੱਧਮਾਨ ਪ੍ਰਾਪਤ ਕਰਨ ਦਾ ਕੋਸ਼ਿਸ਼ ਕਰੀਏ। ਹਾਂਜੀ ਬੱਚਿਓ, ਜਿਹੜਾ ਉਹਨਾਂ ਨੇ ਡੇਟਾ ਇਕੱਠਾ ਕੀਤਾ ਹੈ ਉਸ ਨੂੰ ਅਸੀਂ ਇੱਕ ਟੇਬਲ ਦੇ ਰੂਪ ਵਿੱਚ ਲਿਖ ਲੈਂਦੇ ਹਾਂ। ਸਭ ਤੋਂ ਪਹਿਲਾਂ ਪਹਿਲੇ ਕਾਲਮ ਦੇ ਵਿੱਚ ਅਸੀਂ ਪੌਦਿਆਂ ਦੀ ਸੰਖਿਆ, ਦੂਸਰੇ ਵਿੱਚ ਘਰਾਂ ਦੀ ਸੰਖਿਆ ਅਤੇ ਤੀਸਰਾ ਕਾਲਮ ਅਸੀਂ ਆਪ ਤਿਆਰ ਕਰਨਾ ਹੁੰਦਾ ਹੈ ਜਿਸ ਨੂੰ ਅਸੀਂ ਵਰਗ ਚਿੰਨ੍ਹ ਜਾਂ ਕਲਾਸ ਮਾਰਕ ਦਾ ਨਾਂ ਦਿੰਦੇ ਹਾਂ। ਵਰਗ ਚਿੰਨ੍ਹ ਬੱਚਿਓ ਮੈਂ ਤੁਹਾਨੂੰ ਆਲਰੇਡੀ ਪਹਿਲਾਂ ਵੀ ਸਮਝਾ ਚੁੱਕਾ ਹਾਂ ਕਿਸ ਤਰ੍ਹਾਂ ਤਿਆਰ ਕਰੀਦਾ ਹੈ। ਵਰਗ ਚਿੰਨ੍ਹ ਤਿਆਰ ਕਰਨ ਦੇ ਲਈ ਪਹਿਲੇ ਕਲਾਸ ਇੰਟਰਵਲ ਦੇ ਦੋਨੋਂ ਕਲਾਸ ਲਿਮਿਟਸ ਨੂੰ ਜੋੜ ਕੇ, ਅਪਰ ਲਿਮਿਟ ਤੇ ਲੋਅਰ ਲਿਮਿਟ ਨੂੰ ਜੋੜ ਕੇ 2 ਨਾਲ ਭਾਗ ਦੇ ਦੇਣਾ ਹੈ ਅਤੇ ਜਿਹੜਾ ਆਨਸਰ ਆਏਗਾ ਉਹ ਵਰਗ ਚਿੰਨ੍ਹ ਵਾਲੀ ਕਾਲਮ ਵਿੱਚ ਲਿਖ ਦੇਣਾ ਹੈ। 2 + 0 2 ਹੋਏਗਾ, 2 ਨਾਲ ਭਾਗ ਦੇਣ ਤੇ 1 ਆਏਗਾ। ਸੋ ਆਪਾਂ 0 ਤੋਂ 2 ਦੇ ਆਪੋਜ਼ਿਟ 1 ਲਿਖ ਦਿੱਤਾ ਹੈ। ਇਸੇ ਤਰ੍ਹਾਂ 2 ਤੋਂ 4 ਵਰਗ ਅੰਤਰਾਲ ਦੇ ਆਪੋਜ਼ਿਟ ਅਸੀਂ ਵਰਗ ਚਿੰਨ੍ਹ 3 ਲਿਖਿਆ ਹੈ ਕਿਉਂਕਿ 2 + 4 6, 6 ਨੂੰ 2 ਨਾਲ ਭਾਗ ਦੇਵਾਂਗੇ ਤੇ 3 ਆਵੇਗਾ। ਸਿਮਿਲਰਲੀ 4 ਤੋਂ 6, 6 + 4 10, 10 ਨੂੰ ਜਦੋਂ 2 ਨਾਲ ਭਾਗ ਦੇਵਾਂਗੇ ਤੇ 5 ਆਵੇਗਾ। ਇਹੀ ਫਾਰਮੂਲਾ ਲਗਾ ਕੇ ਅਸੀਂ ਵਰਗ ਚਿੰਨ੍ਹ ਦਾ ਕਾਲਮ ਤਿਆਰ ਕਰ ਲਵਾਂਗੇ। ਇਸ ਤੋਂ ਬਾਅਦ ਬੱਚਿਓ ਅਸੀਂ ਇੱਕ ਕਾਲਮ ਹੋਰ ਤਿਆਰ ਕਰਨਾ ਹੁੰਦਾ ਹੈ FI FI ਫ੍ਰੀਕੁਐਂਸੀ ਅਤੇ ਵਰਗ ਚਿੰਨ੍ਹ ਦੀਆਂ ਕੋਰਸਪੋਂਡਿੰਗ ਸੰਖਿਆਵਾਂ ਨੂੰ ਮਲਟੀਪਲਾਈ ਕਰਕੇ ਅਸੀਂ ਇੱਕ ਹੋਰ ਕਾਲਮ ਬਣਾਵਾਂਗੇ ਜਿਸ ਨੂੰ FI ਦਾ ਨਾਂ ਦੇਵਾਂਗੇ। ਜਿਸ ਤਰ੍ਹਾਂ ਕਿ ਵਿਦਿਆਰਥੀ ਤੁਸੀਂ ਦੇਖ ਰਹੇ ਨੇ, ਅਸੀਂ ਪਹਿਲੇ FI ਦੀ ਵੈਲਿਊ 1 ਹੈ, ਪਹਿਲੇ XI ਦੀ ਵੈਲਿਊ ਵੀ 1 ਹੈ। ਦੋਵਾਂ ਨੂੰ ਜਦੋਂ ਮਲਟੀਪਲਾਈ ਕਰਾਂਗੇ 1 × 1 = 1। ਸਿਮਿਲਰਲੀ 2 × 3 = 6। ਇਸੇ ਤਰ੍ਹਾਂ ਬੱਚਿਓ ਅਸੀਂ ਸਾਰੀਆਂ FI ਦੀ ਵੈਲਿਊ ਨੂੰ ਸਾਰੀਆਂ XI ਦੀ ਵੈਲਿਊ ਨਾਲ ਮਲਟੀਪਲਾਈ ਕਰਦੇ ਜਾਵਾਂਗੇ ਤੇ ਸਾਡੇ ਕੋਲ FI ਵਾਲਾ ਕਾਲਮ ਪ੍ਰਾਪਤ ਹੋ ਜਾਵੇਗਾ। ਹੁਣ ਬੱਚਿਓ ਅਸੀਂ ਇੱਕ ਕੰਮ ਹੋਰ ਕਰਨਾ ਹੁੰਦਾ ਹੈ, FI ਦੀਆਂ ਸਾਰੀਆਂ ਵੈਲਿਊਜ਼ ਨੂੰ ਜੋੜ ਦੇਣਾ ਹੈ ਅਤੇ ਸਾਡੇ ਕੋਲ ਸਿਗਮਾ FI ਦਾ ਮੁੱਲ ਆ ਜਾਵੇਗਾ ਜਿਹੜਾ ਕਿ ਜੋੜਨ ਤੋਂ ਬਾਅਦ 162 ਆ ਗਿਆ ਹੈ। ਹਾਂਜੀ ਬੱਚਿਓ, ਇਸ ਤੋਂ ਬਾਅਦ ਅਸੀਂ ਸਿਗਮਾ FI ਦਾ ਮੁੱਲ ਕੱਢ ਲਿਆ 162। ਇਸ ਤੋਂ ਬਾਅਦ ਬੱਚਿਓ ਅਸੀਂ ਇੱਕ ਕੰਮ ਹੋਰ ਕਰਨਾ ਹੁੰਦਾ ਹੈ, FI ਦੀਆਂ ਸਾਰੀਆਂ ਵੈਲਿਊਜ਼ ਦਾ ਜੋੜ ਕਰਕੇ ਜਿਹੜਾ ਆਨਸਰ ਆਏਗਾ 20 ਉਸ ਨੂੰ ਅਸੀਂ ਸਿਗਮਾ FI ਨਾਲ ਪ੍ਰਦਰਸ਼ਿਤ ਕਰ। ਹੁਣ ਬੱਚਿਓ ਅਸੀਂ ਇੱਕ ਹੀ ਕੰਮ ਕਰਨਾ ਹੈ, ਅਸੀਂ ਮੱਧਮਾਨ ਦੇ ਫਾਰਮੂਲੇ ਦੇ ਵਿੱਚ ਸਿਗਮਾ FI ਅਤੇ ਸਿਗਮਾ FI ਦਾ ਮੁੱਲ ਭਰ ਦੇਣਾ ਹੈ ਅਤੇ ਮੱਧਮਾਨ ਪ੍ਰਾਪਤ ਕਰ ਲੈਣਾ ਹੈ। ਜਿਵੇਂ ਕਿ ਸਾਨੂੰ ਪਤਾ ਹੈ ਸਾਡੇ ਕੋਲ ਸਿਗਮਾ FI ਦਾ ਮੁੱਲ 162 ਹੈ ਅਤੇ ਸਿਗਮਾ FI ਦਾ ਮੁੱਲ 20 ਹੈ। ਦੋਵਾਂ ਨੂੰ ਅਸੀਂ ਡਿਵਾਈਡ ਕਰਕੇ 8.1 ਆਨਸਰ ਪ੍ਰਾਪਤ ਕਰਾਂਗੇ। ਬੱਚੇ 8.1 ਪੌਦਿਆਂ ਦੀ ਪ੍ਰਤੀ ਘਰ ਔਸਤ ਹੈ। ਸੋ ਬੱਚਿਓ, ਇਸ ਤਰੀਕੇ ਦੇ ਨਾਲ ਅਸੀਂ ਅਭਿਆਸ 14.1 ਦੇ ਸਾਰੇ ਸਵਾਲ ਹੱਲ ਕਰ ਸਕਦੇ ਹਾਂ। ਬਸ ਤੁਸੀਂ ਬੱਚਿਓ ਫਾਰਮੂਲਾ ਯਾਦ ਰੱਖਣਾ ਹੈ ਤੇ ਫਾਰਮੂਲੇ ਦੇ ਅਕੋਰਡਿੰਗ ਵੈਲਿਊਜ਼ ਫਾਈਂਡ ਕਰਕੇ ਫਾਰਮੂਲੇ 'ਚ ਅਪਲਾਈ ਕਰ ਦੇਣੀਆਂ ਹਨ ਤੇ ਸਾਰੇ ਸਵਾਲ ਹੱਲ ਕਰ ਲੈਣੇ। ਵਿਦਿਆਰਥੀਓ, ਅਸੀਂ ਅੱਜ ਅਸਾਈਨਮੈਂਟ 91 ਦੇ ਵਿੱਚ ਆਪਣੇ ਪਿਛਲੇ
ਪੜ੍ਹੇ ਸਿਲੇਬਸ ਦੀ ਦੁਹਰਾਈ ਵੀ ਕਰਾਂਗੇ। ਅੱਜ ਅਸੀਂ ਆਪ ਦੇ ਨਾਲ ਅਪ੍ਰੈਲ ਅਤੇ ਮਈ ਦੇ ਸਿਲੇਬਸ ਦੀ ਦੁਹਰਾਈ ਦੇ ਕੁਝ ਸਵਾਲ ਸਾਂਝੇ ਕਰਾਂਗੇ। ਇਹ ਕਾਫੀ ਇੰਪੋਰਟੈਂਟ ਸਵਾਲ ਹਨ, ਖਾਸ ਕਰਕੇ ਬੋਰਡ ਦੇ ਐਗਜ਼ਾਮੀਨੇਸ਼ਨ ਪੁਆਇੰਟ ਆਫ View ਦੇ ਨਾਲ, ਕਿਉਂਕਿ ਇਹ ਸਵਾਲ ਬੋਰਡ ਦੇ ਪੇਪਰਾਂ ਦੇ ਵਿੱਚ ਬਾਰ-ਬਾਰ ਪੁੱਛੇ ਗਏ ਹਨ। ਸੋ ਮੈਂ ਆਪ ਸਭ ਨੂੰ ਗੁਜ਼ਾਰਿਸ਼ ਕਰੂੰਗਾ ਕਿ ਸਾਰੇ ਬੱਚੇ ਇਹ ਜਿਹੜੀ ਰਿਵੀਜ਼ਨ ਦੇ 2 ਸਵਾਲ ਹੈ ਇਹਨਾਂ ਨੂੰ ਧਿਆਨ ਨਾਲ ਦੇਖਣ ਤੇ ਇਹਨਾਂ ਦੀ ਦੁਹਰਾਈ ਆਪਣੀ ਕਾਪੀਆਂ ਤੇ ਵੀ ਕਰਨ। ਸਭ ਤੋਂ ਪਹਿਲਾਂ ਬੱਚਿਓ, ਸਾਡੇ ਕੋਲ ਜਿਹੜਾ ਸਵਾਲ ਹੈ ਉਹ ਹੈਗਾ ਯੂਕਲਿਡ ਡਿਵੀਜ਼ਨ ਲੈਮਾ ਦਾ। ਹੋ ਸਕਦਾ ਕਈ ਬੱਚੇ ਨੂੰ ਇਹ ਨਾਂ ਵੇਖ ਕੇ ਥੋੜਾ ਜਿਹਾ ਘਬਰਾਹਟ ਮਹਿਸੂਸ ਹੁੰਦੀ ਹੋਏ ਕਿ ਕਿਸ ਤਰ੍ਹਾਂ ਦਾ ਔਖਾ ਜਿਹਾ ਨਾਂ ਆ, ਬਟ ਬੱਚਿਓ ਇਹ ਨਾਂ ਜਿੰਨਾ ਔਖਾ ਲੱਗਦਾ ਵਾ ਇਹ ਸਵਾਲ ਉਨਾ ਹੀ ਜ਼ਿਆਦਾ ਸੌਖਾ ਆ। ਯੂਕਲਿਡ ਡਿਵੀਜ਼ਨ ਲੈਮਾ ਨਾਂ ਜ਼ਰੂਰ ਥੋੜਾ ਜਿਹਾ ਔਖਾ ਹੈ, ਬਟ ਤੁਸੀਂ ਇਹਦੇ ਨਾਲ ਬਾਵਸਤਾ ਜਾਣੂ ਜੇ। ਤੁਸੀਂ ਸਟਾਰਟਿੰਗ ਤੋਂ ਪ੍ਰਾਇਮਰੀ ਕਲਾਸਾਂ ਦੇ ਵਿੱਚ ਜਦੋਂ ਤਕਸੀਮ ਭਾਗ ਕਰਨਾ ਸਿੱਖਿਆ ਸੀ ਉਦੋਂ ਹੀ ਤੁਸੀਂ ਇਹਦੇ ਨਾਲ ਸਾਂਝ ਪਾ ਲਈ ਸੀ। ਜਸਟ ਇਹਦਾ ਬੱਚਿਓ ਨਾਂ ਬਦਲਿਆ ਆ, ਬਟ ਅਸੀਂ ਕਰਨਾ ਉਸ ਤਰ੍ਹਾਂ ਹੀ ਆ ਜਿਸ ਤਰ੍ਹਾਂ ਛੋਟੀਆਂ ਕਲਾਸਾਂ ਦੇ ਵਿੱਚ ਤਕਸੀਮ ਦੇ ਸਵਾਲ ਕਰੀਦੇ ਆ, ਡਿਵੀਜ਼ਨ ਦੇ ਸਵਾਲ ਕਰੀਦੇ ਆ। ਇਸ ਦੇ ਵਿੱਚ ਬੱਚਿਓ ਉਹਨਾਂ ਨੇ ਸਾਨੂੰ ਸਵਾਲ ਪੁੱਛਿਆ ਆ ਯੂਕਲਿਡ ਵੰਡ ਪ੍ਰੇਮਿਕਾ ਭਾਵ ਕਿ ਯੂਕਲਿਡ ਡਿਵੀਜ਼ਨ ਲੈਮਾ ਦੀ ਵਰਤੋਂ ਕਰਕੇ 867 ਅਤੇ 225 ਦਾ HCF ਫਾਈਂਡ ਕਰਨਾ ਵਾ, ਮਾਸਾਵਾ ਪਤਾ ਕਰਨਾ ਵਾ, ਹਾਈਐਸਟ ਕਾਮਨ ਫੈਕਟਰ ਪਤਾ ਕਰਨਾ ਆ। ਬੱਚਿਓ ਮੈਂ ਤੁਹਾਨੂੰ ਸਿਰਫ ਇੱਕ ਸਟੈਪ ਹੀ ਦੱਸੂਗਾ, ਬਾਕੀ ਸਟੈਪ ਤੁਸੀਂ ਆਪ ਹੀ ਕਰ ਲੈਣੇ ਆ। ਇਹ ਮੇਰੇ ਪਹਿਲੇ ਸਟੈਪ ਨੂੰ ਜੇ ਤੁਸੀਂ ਧਿਆਨ ਨਾਲ ਸਮਝ ਲਿਆ, ਮੇਰੀ ਗੱਲਾਂ ਨੂੰ ਧਿਆਨ ਨਾਲ ਸੁਣ ਲਿਆ, ਤੇ ਤੁਸੀਂ ਇਹ ਸਵਾਲ ਬੜੇ ਸਹਿਜੇ ਹੀ ਹੱਲ ਕਰ ਸਕਦੇ ਜੀ। ਆਓ ਅਸੀਂ ਪਹਿਲੇ ਸਟੈਪ ਤੇ ਝਾਤ ਮਾਰੀਏ ਤੇ ਸਿੱਖੀਏ ਕਿ ਆਪਾਂ ਯੂਕਲਿਡ ਡਿਵੀਜ਼ਨ ਲੈਮਾ ਦੀ ਹੈਲਪ ਨਾਲ HCF ਭਾਵ ਕਿ ਮਾਸਾਵਾ ਕਿਸ ਤਰ੍ਹਾਂ ਪਤਾ ਕਰ ਸਕਦੇ ਹਾਂ। ਆਓ ਅਸੀਂ 867 ਨੂੰ 225 ਨਾਲ ਭਾਗ ਕਰੀਏ, ਭਾਵ ਕਿ 867 ਡਿਵੀਡੈਂਡ ਦੇ ਤੌਰ ਤੇ ਕੰਮ ਕਰੇਗਾ ਅਤੇ 225 ਡਿਵਾਈਜ਼ਰ ਦੇ ਤੌਰ ਤੇ। ਜਦੋਂ ਅਸੀਂ 867 ਨੂੰ 225 ਨਾਲ ਭਾਗ ਕਰਦੇ ਹਾਂ ਤੇ ਅਸੀਂ 3 ਕੋਸ਼ੈਂਟ ਦੇ ਤੌਰ ਤੇ ਪ੍ਰਾਪਤ ਕਰਦੇ ਹਾਂ ਅਤੇ 192 ਰਿਮਾਈਂਡਰ ਭਾਵ ਕਿ ਬਾਕੀ ਦੇ ਤੌਰ ਤੇ ਪ੍ਰਾਪਤ ਕਰਦੇ ਹਾਂ। ਸੋ ਬੱਚਿਓ ਹੁਣ ਤੁਸੀਂ ਯੂਕਲਿਡ ਡਿਵੀਜ਼ਨ ਲੈਮਾ ਦੇ ਪਹਿਲੇ ਸਟੈਪ ਨੂੰ ਧਿਆਨ ਨਾਲ ਦੇਖੋ। ਬੱਚਿਓ ਜਿਹੜਾ ਸਟੈਪ ਮੈਂ ਅੰਡਰਲਾਈਨ ਕੀਤਾ ਹੈ ਉਸ ਨੂੰ ਧਿਆਨ ਨਾਲ ਦੇਖੋ। ਤੁਸੀਂ ਦੇਖੋਗੇ ਕਿ ਇਹ ਸਟੈਪ ਹੋਰ ਕੁਝ ਨਹੀਂ, ਬਸ ਇਸ ਡਿਵੀਜ਼ਨ ਦਾ ਇੱਕ ਹੋਰ ਰੂਪ ਹੈ ਜਿਸ ਵਿੱਚ ਇਸ ਇਕੁਏਸ਼ਨ ਦੇ ਖੱਬੇ ਬੰਨੇ ਅਸੀਂ ਡਿਵੀਡੈਂਡ ਲਿਖਿਆ ਹੈ, ਉਸ ਤੋਂ ਬਾਅਦ ਡਿਵਾਈਜ਼ਰ ਲਿਖਿਆ ਹੈ 225, ਉਸ ਦੇ ਨਾਲ ਕੋਸ਼ੈਂਟ ਨੂੰ ਭਾਵ ਕਿ 3 ਨੂੰ ਗੁਣਾ ਕੀਤਾ ਹੈ ਪਲੱਸ 192 ਰਿਮਾਈਂਡਰ ਲਿਖਿਆ ਹੈ। ਇਹੀ ਡਿਵੀਜ਼ਨ ਲੈਮਾ ਹੈ, ਯੂਕਲਿਡ ਡਿਵੀਜ਼ਨ ਲੈਮਾ ਦਾ ਪਹਿਲਾ ਸਟੈਪ ਹੈ। ਅਸੀਂ ਇਹ ਸਟੈਪ ਬਾਰ-ਬਾਰ ਦੁਹਰਾਵਾਂਗੇ ਅਤੇ ਉਦੋਂ ਤੱਕ ਦੁਹਰਾਉਂਦੇ ਜਾਵਾਂਗੇ ਜਦ ਤੱਕ ਸਾਡੇ ਕੋਲ ਰਿਮਾਈਂਡਰ ਦੇ ਵਿੱਚ 0 ਨਹੀਂ ਆ ਜਾਂਦਾ। ਹੁਣ ਅਗਲੇ ਸਟੈਪ ਦੇ ਵਿੱਚ ਸਾਡਾ ਡਿਵੀਡੈਂਡ ਤੇ ਡਿਵਾਈਜ਼ਰ ਚੇਂਜ ਹੋ ਜਾਵੇਗਾ। ਕਿਹੜਾ ਡਿਵੀਡੈਂਡ ਬਣੇਗਾ ਤੇ ਕਿਹੜਾ ਡਿਵਾਈਜ਼ਰ, ਇਹੀ ਸਟੈਪ ਯਾਦ ਰੱਖਣ ਯੋਗ ਹੈ। ਜੇ ਤੁਸੀਂ ਇਹ ਗੱਲਾਂ ਧਿਆਨ ਨਾਲ ਸਮਝ ਲਈਆਂ ਤੇ ਯੂਕਲਿਡ ਡਿਵੀਜ਼ਨ ਲੈਮਾ ਦੇ ਨਾਲ HCF ਪਤਾ ਕਰਨਾ ਤੁਹਾਡੇ ਲਈ ਕੋਈ ਔਖਾ ਨਹੀਂ ਹੋਏਗਾ। ਹਾਂਜੀ ਬੱਚਿਓ, ਸੈਕੰਡ ਸਟੈਪ ਦੇ ਵਿੱਚ ਅਸੀਂ ਡਿਵੀਡੈਂਡ ਕਿਸ ਨੂੰ ਲੈਣਾ ਹੈ ਤੇ ਡਿਵਾਈਜ਼ਰ ਕਿਸ ਨੂੰ ਲੈਣਾ ਹੈ, ਇਹ ਧਿਆਨ ਨਾਲ ਸੁਣਿਓ। ਪਹਿਲੀ ਡਿਵੀਜ਼ਨ ਦੇ ਦੌਰਾਨ ਜਿਹੜਾ ਬੱਚਿਓ ਡਿਵਾਈਜ਼ਰ ਸੀ ਭਾਵ ਕਿ 225, ਉਹ ਦੂਸਰੇ ਸਟੈਪ ਦੇ ਵਿੱਚ ਡਿਵੀਡੈਂਡ ਬਣ ਜਾਵੇਗਾ ਅਤੇ ਪਹਿਲੇ ਸਟੈਪ ਦੇ ਦੌਰਾਨ ਜਿਹੜਾ ਰਿਮਾਈਂਡਰ ਆਇਆ ਸੀ ਭਾਵ ਕਿ 192, ਉਹ ਦੂਸਰੇ ਸਟੈਪ ਦੇ ਵਿੱਚ ਡਿਵਾਈਜ਼ਰ ਬਣ ਜਾਵੇਗਾ। ਇਹੀ ਸਟੈਪ ਅਸੀਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਅਤੇ ਉਦੋਂ ਤੱਕ ਇਹ ਪ੍ਰੋਸੈਸ ਚੱਲਦਾ ਰਹੇਗਾ ਜਦੋਂ ਤੱਕ ਰਿਮਾਈਂਡਰ ਦੇ ਵਿੱਚ ਸਾਡੇ ਕੋਲ 0 ਨਹੀਂ ਆ ਜਾਂਦਾ। ਮੈਂ ਆਪ ਜੀ ਦੇ ਨਾਲ ਇੱਕ ਸਟੈਪ ਦੀ ਸਾਂਝ ਹੋਰ ਪਾਵਾਂਗਾ ਤੇ ਉਸ ਤੋਂ ਬਾਅਦ ਤੁਹਾਡੇ ਤੇ ਛੱਡਾਂਗਾ ਕਿ ਤੁਸੀਂ ਬਾਕੀ ਸਟੈਪ ਸਾਰੇ ਆਪ ਖੁਦ ਬੋ ਖੁਦ ਕਰੋ। ਹਾਂਜੀ, ਜਿਸ ਤਰ੍ਹਾਂ ਕਿ ਬੱਚੇ ਤੁਸੀਂ ਦੇਖ ਰਹੇ ਨੇ ਦੂਸਰੇ ਸਟੈਪ ਦੇ ਵਿੱਚ, ਜਿਸ ਤਰ੍ਹਾਂ ਮੈਂ ਆਪ ਜੀ ਨੂੰ ਕਿਹਾ ਸੀ ਕਿ 225 ਜਿਹੜਾ ਪਹਿਲੇ ਸਟੈਪ ਦੇ ਵਿੱਚ ਡਿਵਾਈਜ਼ਰ ਸੀ ਹੁਣ ਡਿਵੀਡੈਂਡ ਬਣ ਚੁੱਕਾ ਹੈ
ਉਸ ਨੂੰ ਅਸੀਂ ਵਿੱਚ ਲਿਖਿਆ ਹੈ ਅਤੇ 192 ਜਿਹੜਾ ਕਿ ਪਹਿਲੇ ਸਟੈਪ ਦਾ ਰਿਮਾਈਂਡਰ ਭਾਵ ਕਿ ਬਾਕੀ ਸੀ ਉਹ ਡਿਵਾਈਜ਼ਰ ਬਣ ਚੁੱਕਾ ਹੈ। ਸੋ ਜਦੋਂ ਅਸੀਂ 192 ਦੇ ਨਾਲ 225 ਨੂੰ ਭਾਗ ਕੀਤਾ ਤੇ ਸਾਡੇ ਕੋਲ 33 ਰਿਮਾਈਂਡਰ ਆਇਆ। ਸੋ ਵਿਦਿਆਰਥੀਓ ਤੁਸੀਂ ਦੇਖ ਰਹੇ ਜੇ ਕਿ ਦੂਸਰੇ ਸਟੈਪ ਦੇ ਵਿੱਚ ਅਸੀਂ ਦੁਬਾਰਾ ਇਸ ਭਾਗਫਲ ਨੂੰ ਸਮੀਕਰਨ ਦੇ ਰੂਪ ਵਿੱਚ ਲਿਖਿਆ ਹੈ, ਜਿਸ ਵਿੱਚ ਖੱਬੇ ਬੰਨੇ ਸਮੀਕਰਨ ਦੇ ਅਸੀਂ 225 ਡਿਵੀਡੈਂਡ ਨੂੰ ਲਿਖਿਆ ਹੈ, ਉਸ ਤੋਂ ਬਾਅਦ ਇਕੁਅਲਸ ਟੂ 192 ਡਿਵਾਈਜ਼ਰ ਮਲਟੀਪਲਾਈ ਬਾਈ 1 ਕੋਸ਼ੈਂਟ ਪਲੱਸ 33 ਰਿਮਾਈਂਡਰ ਜਿਹੜਾ ਕਿ 33 ਬਾਕੀ ਬਚਿਆ ਹੈ। ਇਸੇ ਤਰ੍ਹਾਂ ਅਸੀਂ ਨੈਕਸਟ ਸਟੈਪ ਦੇ ਵਿੱਚ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਆਲਰੇਡੀ ਸਮਝਾ ਚੁੱਕਾ ਹਾਂ 192 ਨੂੰ ਅਸੀਂ ਐਜ਼ ਏ ਡਿਵੀਡੈਂਡ ਲਵਾਂਗੇ, 33 ਜਿਹੜਾ ਕਿ ਪਿਛਲੇ ਸਟੈਪ ਦੇ ਵਿੱਚ ਰਿਮਾਈਂਡਰ ਸੀ ਉਸ ਨੂੰ ਡਿਵਾਈਜ਼ਰ ਦੇ ਤੌਰ ਤੇ ਲਵਾਂਗੇ ਅਤੇ ਸੋ ਔਨ ਇਹ ਪ੍ਰੋਸੈਸ ਉਦੋਂ ਤੱਕ ਜਾਰੀ ਕਰਦੇ ਜਾਵਾਂਗੇ ਜਦੋਂ ਤੱਕ ਸਾਡੇ ਕੋਲ ਅਖੀਰ ਤੇ ਰਿਮਾਈਂਡਰ 0 ਨਹੀਂ ਆ ਜਾਂਦਾ। ਹੁਣ ਮੈਂ ਤੁਹਾਨੂੰ ਬੱਚਿਓ ਕਹਾਂਗਾ ਕਿ ਤੁਸੀਂ ਬਾਕੀ ਸਟੈਪ ਆਪ ਖੁਦ ਬਾ ਖੁਦ ਕਰੋ ਤੇ ਦੇਖੋ ਕਿ ਕਿਸ ਸਟੈਪ ਦੇ ਉੱਤੇ ਜਾ ਕੇ ਸਾਡਾ ਰਿਮਾਈਂਡਰ 0 ਆਉਂਦਾ ਹੈ। ਜਿਸ ਸਟੈਪ ਦੇ ਉੱਤੇ ਬੱਚਿਓ ਤੁਹਾਡਾ ਰਿਮਾਈਂਡਰ 0 ਆਏਗਾ ਉਸ ਸਟੈਪ ਦੇ ਦੌਰਾਨ ਜਿਹੜਾ ਵੀ ਡਿਵਾਈਜ਼ਰ ਹੋਵੇਗਾ ਭਾਵ ਕਿ ਜਿਸ ਨਾਲ ਉਸ ਸਟੈਪ 'ਚ ਡਿਵਾਈਡ ਕੀਤਾ ਹੋਇਆ ਹੈ ਭਾਵ ਕਿ ਉਸ ਡਿਵੀਜ਼ਨ ਦੇ ਦੌਰਾਨ ਜਿਸ ਨਾਲ ਅਸੀਂ ਡਿਵਾਈਡ ਕੀਤਾ ਹੋਵੇਗਾ ਜਿਹੜਾ ਉਸ ਸਟੈਪ ਦਾ ਡਿਵਾਈਜ਼ਰ ਹੋਵੇਗਾ ਉਹੀ ਸਾਡਾ ਮੂਲ ਨੰਬਰਸ ਦਾ HCF ਹੋਵੇਗਾ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਜੇ ਲਾਸਟ ਸਟੈਪ ਦੇ ਵਿੱਚ ਸਾਡੇ ਕੋਲ ਰਿਮਾਈਂਡਰ 0 ਆ ਗਿਆ, ਉੱਥੇ ਸਾਡਾ ਡਿਵਾਈਜ਼ਰ 3 ਹੈ। ਸੋ ਜਿਹੜਾ ਬੱਚਿਓ ਇਹ 3 ਹੈ ਇਹ ਸਾਡੇ ਮੂਲ ਨੰਬਰਾਂ ਦਾ 867 ਅਤੇ 225 ਦਾ HCF ਹੈ। ਮੈਨੂੰ ਆਸ ਹੈ ਕਿ ਤੁਸੀਂ ਇਕੁਇਲਿਡ ਡਿਵੀਜ਼ਨ ਲੈਮਾਂ ਦੇ ਸਾਰੇ ਸਟੈਪਾਂ ਨੂੰ ਬੜੇ ਧਿਆਨ ਨਾਲ ਸਮਝਿਆ ਤੇ ਵਾਚਿਆ ਹੋਵੇਗਾ। ਹੁਣ ਮੈਂ ਸਾਰੇ ਵਿਦਿਆਰਥੀ ਨੂੰ ਇਹ ਕਹਾਂਗਾ ਕਿ ਤੁਸੀਂ ਯੂਕਲਿਡ ਡਿਵੀਜ਼ਨ ਲੈਮਾਂ ਨਾਲ ਸੰਬੰਧਿਤ ਹੋਰ ਸਵਾਲਾਂ ਦੀ ਦੁਹਰਾਈ ਕਰੋ ਤੇ ਇਸ ਵਿੱਚ ਪਰਪੱਕਤਾ ਹਾਸਲ ਕਰੋ। ਆਓ ਵਿਦਿਆਰਥੀਓ ਅਸੀਂ ਅਪ੍ਰੈਲ ਅਤੇ ਮਈ ਦੇ ਸਿਲੇਬਸ ਦੇ ਇੱਕ ਹੋਰ ਸਵਾਲ ਦੀ ਦੁਹਰਾਈ ਕਰੀਏ। ਇਹ ਸਵਾਲ ਬੋਰਡ ਦੇ ਐਗਜ਼ਾਮ ਵਿੱਚ ਲਗਭਗ ਹਰ ਸਾਲ ਰਿਪੀਟ ਹੁੰਦਾ ਆ। ਸਿਰਫ ਇਸ ਸਵਾਲ ਦੀ ਸੰਖਿਆਵਾਂ ਬਦਲਦੀਆਂ ਵਾ, ਸਵਾਲ ਕਰਨ ਦਾ ਤਰੀਕਾ ਹਮੇਸ਼ਾ ਹੀ ਇਹ ਹੁੰਦਾ ਆ। ਇਹ ਸਵਾਲ ਬਹੁਤ ਸੌਖਾ ਆ ਤੇ ਨੰਬਰ ਵੀ ਸ਼ੋਰ ਦਿੰਦਾ ਵਾ ਜਦੋਂ ਆਪਾਂ ਇਹ ਸਵਾਲ ਪੇਪਰ ਵਿੱਚ ਦੇਖ ਲੈਂਦੇ ਆ। ਸੋ ਆਓ ਕਰਦੇ ਆ ਸੰਭਾਵਨਾ ਦਾ ਸਵਾਲ। ਬੱਚਿਓ ਇੱਥੇ ਇਹਨਾਂ ਇੱਕ ਕੁਐਸਚਨ ਇਸ ਤਰ੍ਹਾਂ ਪਾਇਆ ਜੀ ਪੇਪਰ ਸਾਡੀ ਅਸਾਈਨਮੈਂਟ ਦੇ ਵਿੱਚ। ਬੱਚਿਓ ਜਿਹੜਾ ਸਾਨੂੰ ਇੱਥੇ ਕੁਐਸਚਨ ਦਿੱਤਾ ਗਿਆ ਆ ਉਹਦੇ ਵਿੱਚ ਕੀ ਕਿਹਾ ਗਿਆ ਜੀ, ਇੱਕ ਡੱਬੇ ਵਿੱਚ 5 ਲਾਲ ਬੰਟੇ ਹਨ ਅਤੇ 3 ਕਾਲੇ ਬੰਟੇ ਹਨ। ਇੱਕ ਬੰਟਾ ਅਚਾਨਕ ਬਾਹਰ ਕੱਢਿਆ ਜਾਂਦਾ ਹੈ, ਸੰਭਾਵਨਾ ਪਤਾ ਕਰੋ ਕਿ ਕੱਢਿਆ ਗਿਆ ਬੰਟਾ ਲਾਲ ਹੈ। ਇਹ ਪਹਿਲਾ ਸਵਾਲ ਆ। ਦੂਸਰਾ ਸਵਾਲ ਇਹ ਕਹਿੰਦਾ ਕਿ ਸੰਭਾਵਨਾ ਪਤਾ ਕਰੋ ਕਿ ਕੱਢਿਆ ਗਿਆ ਬੰਟਾ ਲਾਲ ਨਹੀਂ ਹੈ। ਮਤਲਬ ਕਿਸੇ ਈਵੈਂਟ ਦੇ ਵਾਪਰਨ ਦੀ ਸੰਭਾਵਨਾ ਤੇ ਕਿਸੇ ਈਵੈਂਟ ਦੇ ਨਾ ਵਾਪਰਨ ਦੀ ਸੰਭਾਵਨਾ ਅਸੀਂ ਪਤਾ ਕਰਨੀ ਆ। ਇਹ ਬਹੁਤ ਹੀ ਸੌਖਾ ਸਵਾਲ ਹੈ ਬੱਚਿਓ। ਜਦੋਂ ਵੀ ਤੁਹਾਡੇ ਕੋਲ ਇਦਾਂ ਦਾ ਸਵਾਲ ਆਏ ਸਭ ਤੋਂ ਪਹਿਲਾਂ ਬੱਚਿਓ ਤੁਸੀਂ ਲਿਖ ਲੈਣਾ ਵਾ ਕਿ ਲਾਲ ਬੰਟਿਆਂ ਦੀ ਗਿਣਤੀ ਕਿੰਨੀ ਹੈ। ਉਹ ਬੱਚਿਓ ਗਿਵਨ ਹੈ ਸਵਾਲ ਦੇ ਵਿੱਚ 5। ਉਸ ਤੋਂ ਬਾਅਦ ਕਾਲੇ ਬੰਟਿਆਂ ਦੀ ਗਿਣਤੀ ਕਿੰਨੀ ਆ ਬੱਚਿਓ, ਉਹ ਦਿੱਤਾ ਤੁਹਾਨੂੰ ਸਵਾਲ ਦੇ ਵਿੱਚ 3। ਸੋ ਸਾਡੇ ਕੋਲ ਕੁੱਲ ਬੰਟੇ ਕਿੰਨੇ ਹੋ ਗਏ, 5 + 3 8। ਤੇ ਜਿਵੇਂ ਕਿ ਸਾਨੂੰ ਪਤਾ ਆ ਕਿ ਕੋਈ ਵੀ ਈਵੈਂਟ ਦੀ ਸੰਭਾਵਨਾ ਕੱਢਣੀ ਹੋਏ ਉਸ ਈਵੈਂਟ ਦੇ ਫੇਵਰੇਬਲ ਕੇਸਸ ਓਵਰ ਟੋਟਲ ਨੰਬਰ ਆਫ ਕੇਸਸ ਜੇ ਆਪਾਂ ਫਾਈਂਡ ਕਰ ਲਾਂਗੇ ਤੇ ਸਾਡੇ ਕੋਲ ਉਸ ਸੰਬੰਧਿਤ ਈਵੈਂਟ ਦੀ ਪ੍ਰੋਬੇਬਿਲਿਟੀ ਜਾਂ ਸੰਭਾਵਨਾ ਆ ਜਾਂਦੀ ਆ। ਸਾਨੂੰ ਉਹਨਾਂ ਲਾਲ ਬੰਟੇ ਦੀ ਸੰਭਾਵਨਾ ਕੱਢਣ ਲਈ ਕਿਹਾ ਪਹਿਲੇ ਸਵਾਲ ਦੇ ਵਿੱਚ। ਲਾਲ ਬੰਟੇ ਦੀ ਸੰਭਾਵਨਾ ਬੱਚਿਓ ਕੀ ਹੋਏਗੀ, ਲਾਲ ਬੰਟਿਆਂ ਦੀ ਕੁੱਲ ਗਿਣਤੀ ਬਟਾ ਕੁੱਲ ਬੰਟੇ। ਲਾਲ ਬੰਟਿਆਂ ਦੀ ਬੱਚਿਓ ਕੁੱਲ ਗਿਣਤੀ ਕਿੰਨੀ ਆ, 5 ਹੈ ਜੋ ਕਿ ਸਵਾਲ ਵਿੱਚ ਦਿੱਤਾ ਗਿਆ ਹੈ ਅਤੇ ਕੁੱਲ ਬੰਟੇ ਕਿੰਨੇ ਹਨ 8। ਉਹ ਅਸੀਂ ਐਡ ਕਰਕੇ ਕੱਢ ਲਿਆ ਹੈ। ਸੋ ਸਾਡੇ ਕੋਲ ਲਾਲ ਬੰਟੇ ਦੀ ਸੰਭਾਵਨਾ ਆ ਗਈ ਬੱਚਿਓ 5/8। ਲਾਲ ਬੰਟੇ ਦੀ ਪ੍ਰੋਬੇਬਿਲਿਟੀ ਬੱਚਿਓ ਕਿੰਨੀ ਆ ਗਈ 5/8। ਅਗਲਾ ਸਵਾਲ ਆ ਲਾਲ ਬੰਟਾ ਨਾ ਹੋਣ ਦੀ ਸੰਭਾਵਨਾ। ਇਹ ਬਹੁਤ ਸੌਖਾ ਜੀ। ਸਾਨੂੰ ਪਤਾ ਕਿ ਕੁੱਲ ਸੰਭਾਵਨਾਵਾਂ ਦਾ ਜੋੜ 1 ਹੁੰਦਾ ਹੈ। ਜੇ ਲਾਲ ਬੰਟੇ ਆਉਣ ਦੀ ਸੰਭਾਵਨਾ 5/8 ਹੈ ਤੇ ਲਾਲ ਬੰਟੇ ਨਾ ਹੋਣ ਦੀ ਸੰਭਾਵਨਾ ਬੱਚਿਓ ਹੋਏਗੀ
ਇੱਕ ਵਿੱਚੋਂ ਲਾਲ ਬੰਟੇ ਹੋਣ ਦੀ ਸੰਭਾਵਨਾ ਮਾਈਨਸ ਕਰ ਦਿੱਤੀ ਜਾਏ। ਭਾਵ ਕਿ ਇੱਕ ਚੋਂ ਜੇ ਅਸੀਂ -5/8 ਕਰ ਦਾਂਗੇ ਤੇ ਜਿਹੜੀ ਸਾਡੇ ਕੋਲ ਵੈਲਿਊ ਆਏਗੀ 3/8 ਉਹ ਲਾਲ ਬੰਟੇ ਨਾ ਹੋਣ ਦੀ ਸੰਭਾਵਨਾ ਆ। ਸੋ ਮੈਨੂੰ ਆਸ ਆ ਕਿ ਤੁਸੀਂ ਸੰਭਾਵਨਾ ਦਾ ਕੁਐਸਚਨ ਬੜੇ ਹੀ ਸਹਿਜੇ ਸਿੱਖ ਲਿਆ ਹੋਵੇਗਾ। ਇਹ ਬੜਾ ਸੌਖਾ ਤੇ ਸਿੰਪਲ ਕੁਐਸਚਨ ਆ ਤੇ ਸਕੋਰਿੰਗ ਕੁਐਸਚਨ ਹੁੰਦਾ ਆ। ਹਰ ਸਾਲ ਪੇਪਰ ਦੇ ਵਿੱਚ ਇਹ ਕੁਐਸਚਨ ਜ਼ਰੂਰ ਆਉਂਦਾ ਵਾ। ਮੈਨੂੰ ਆਸ ਆ ਕਿ ਵਿਦਿਆਰਥੀਆਂ ਨੇ ਅੱਜ ਸਭ ਤੋਂ ਪਹਿਲਾਂ ਇੱਕ ਸਵਾਲ ਕੀਤਾ ਸੀ ਅਰਿਥਮੈਟਿਕ ਮੀਨ ਦਾ। ਉਸ ਤੋਂ ਬਾਅਦ ਬੱਚਿਓ ਅਸੀਂ ਇੱਕ ਸਵਾਲ ਯੂਕਲਿਡ ਡਿਵੀਜ਼ਨ ਲੈਮਾ ਨਾਲ HCF ਕੱਢਿਆ ਤੇ ਅਖੀਰ ਤੇ ਇੱਕ ਸਵਾਲ ਅਸੀਂ ਪ੍ਰੋਬੇਬਿਲਿਟੀ ਦਾ ਕੱਢਿਆ। ਇਹ ਤਿੰਨੋਂ ਸਵਾਲ ਤੁਸੀਂ ਬੜੇ ਹੀ ਧਿਆਨ ਨਾਲ ਸਮਝੇ ਤੇ ਸੁਣੇ ਹੋਣਗੇ। ਜੇ ਕਿਸੇ ਬੱਚੇ ਨੂੰ ਇਹ ਵੀਡੀਓ ਦੌਰਾਨ ਕੋਈ ਪ੍ਰੋਬਲਮ ਆ ਰਹੀ ਆ ਤੇ ਦੁਬਾਰਾ ਇੱਕ ਵਾਰੀ ਸਾਰੀ ਵੀਡੀਓ ਰਿਪੀਟ ਕਰਕੇ ਦੇਖ ਲਓ ਤੇ ਆਪਣੇ ਟੈਕਸਟ ਬੁੱਕ ਤੋਂ ਇਹਨਾਂ ਸਵਾਲਾਂ ਦੀ ਹੋਰ ਪ੍ਰੈਕਟਿਸ ਕਰੋ। ਥੈਂਕ ਯੂ ਵੈਰੀ ਮੱਚ।